ਵਾਹਿਗੁਰੂ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਬਾਣੀ ਪੁਰਖ ਪੁਰਖੋਤਮ। ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ। ਮਨ ਭੀਨਾ ਨਿਜ ਘਰ ਆਵੈ ਗੋ। ਧੰਨ ਵਾਹਿਗੁਰੂ ਜੀਓ। ਗੋਂਡ ਆਕਾਸ਼ ਗਗਨ, ਪਾਤਾਲ ਗਗਨ ਹੈ। ਚੌਹੋਂ ਦੇਸ਼ ਗਗਨ ਰਹਾਇਲੇ। ਆਨੰਦ ਮੂਲ ਸਦਾ ਪੁਰਖੋਤਮ। ਘਟ ਬਿਨਸੈ ਗਗਨ ਨਾ ਜਾਇਲੇ। ਆਕਾਸ਼ ਗਗਨ ਪਾਤਾਲ ਗਗਨ ਹੈ। ਚੌਹੋਂ ਦੇਸ਼ ਗਗਨ ਰਹਾਇਲੇ। ਆਨੰਦ ਮੂਲ ਸਦਾ ਪੁਰਖੋਤਮ। ਘਟ ਬਿਨਸੈ ਗਗਨ ਨਾ ਜਾਇਲੇ। ਮੋਹਿ ਬੈਰਾਗ ਭਇਓ, ਇਹੋ ਜੀਉ ਆਇ ਕਹਾਂ ਗਇਓ ਰਹਾਉ। ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਕਰਮ ਬਦ ਤੁਮ ਜਿਉ ਕਹਿਤ ਹੋ, ਕਰਮ ਹੈ ਕਿਨ ਜਿਉ ਦੀਨ ਰੇ। ਹਰ ਮਹਿ ਤਨ ਹੈ, ਤਨ ਮਹਿ ਹਰ ਹੈ। ਸਰਬ ਨਿਰੰਤਰ ਸੋਇ ਰੇ। ਕਹਿ ਕਬੀਰ RAM ਨਾਮ ਨ ਛੋਡੋ, ਸਹਜੇ ਹੋਇ ਸੋ ਹੋਇ ਰੇ। ਹਰ ਮਹਿ ਤਨ ਹੈ, ਤਨ ਮਹਿ ਹਰ ਹੈ। ਸਰਬ ਨਿਰੰਤਰ ਸੋਇ ਰੇ। ਕਹਿ ਕਬੀਰ RAM
RAM ਨਾਮ ਨ ਛੋਡੋ। ਸਹਜੇ ਹੋਇ ਸੋ ਹੋਇ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ, ਸ਼ਬਦ ਸਰੂਪ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਮਹਾਰਾਜ ਦੀ ਪਾਵਨ ਗੋਦ ਵਿੱਚ ਜੁੜ ਬੈਠਣ ਦਾ। ਇਹ ਉੱਤਮ ਸਮਾਂ ਆਪਾਂ ਸਭਨਾਂ ਨੂੰ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਇਆ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਬੜੀ ਇਕਾਗਰਤਾ, ਪ੍ਰੇਮ, ਅਦਬ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਜੀ ਦੀ ਮਿਹਰ ਦਾ ਸਦਕਾ, ਮਾਲਕ ਦੀ ਬਖਸ਼ਿਸ਼ ਕੀਤੀ ਹੋਈ ਮਤ ਬੁੱਧ ਸਮਰੱਥਾ ਅਨੁਸਾਰ ਆਪਾਂ ਯਤਨ ਕਰ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਬਾਣੀ ਨੂੰ ਲੜੀਵਾਰ ਵਿਚਾਰਦਿਆਂ ਹੋਇਆਂ ਇਸ ਉੱਤਮ ਉਪਦੇਸ਼ ਨੂੰ ਸਮਝਣ ਦਾ ਇਹ ਉਪਰਾਲਾ ਕਰਦੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਰਾਗ ਗੋਂਡ ਵਿਚਲਾ ਇਹ ਤੀਸਰਾ ਸ਼ਬਦ ਭਗਤ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਠ ਦੇ ਰੂਪ ਵਿੱਚ ਹੁਣੇ ਹੀ ਸਰਵਣ ਕੀਤਾ ਹੈ। ਜਿਵੇਂ ਆਪਾਂ ਪਹਿਲਾਂ ਭਗਤ ਰਵਿਦਾਸ ਜੀ ਮਹਾਰਾਜ ਦੇ ਸ਼ਬਦਾਂ ਨੂੰ ਵਿਚਾਰਿਆ ਹੈ, ਉਹਨਾਂ ਦੇ ਮੁਬਾਰਕ ਸ਼ਬਦ ਵਿੱਚ ਆਪਾਂ ਇਹ ਉੱਤਮ ਕਥਨ ਪੜ੍ਹਿਆ ਕਿ ਜਿਵੇਂ ਪਾਣੀ ਦੇ ਉੱਤੇ ਉੱਠਦੀਆਂ ਹੋਈਆਂ ਲਹਿਰਾਂ ਉਸ ਨਦੀ ਦੇ ਬਾਕੀ ਪਾਣੀ ਤੋਂ ਅਲੱਗ ਭਾਸਦੀਆਂ ਹਨ, ਕਿਉਂਕਿ ਉਹ ਹਵਾ ਦੇ ਵੇਗ ਨਾਲ ਜਦੋਂ ਇੱਕ ਲਹਿਰ ਜਾਂ ਇੱਕ ਛੱਲ ਬਣਦੀ ਹੈ ਤਾਂ ਉਹ ਸਾਡੀਆਂ ਅੱਖਾਂ ਨੂੰ ਵੱਖਰੀ ਦਿਸਦੀ ਹੈ, ਪਰ ਉਹ ਉਸ ਪਾਣੀ ਦੇ ਵਿੱਚੋਂ ਹੀ ਉਪਜੀ ਹੋਈ ਛਿਨ ਭੰਗਰ ਸਮੇਂ ਲਈ ਹੈ ਅਤੇ ਫਿਰ ਉਸੇ ਪਾਣੀ ਦੇ ਵਿੱਚ ਹੀ ਵਾਪਸ ਸਮਾ ਜਾਂਦੀ ਹੈ। ਜਿਵੇਂ ਭਗਤ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ ਹੈ। ਉਹਨਾਂ ਨੇ ਸੋਨੇ ਦੇ ਬਣੇ ਹੋਏ ਅਲੱਗ-ਅਲੱਗ ਗਹਿਣਿਆਂ ਦੀ ਗੱਲ ਕੀਤੀ। ਹੁਣ ਕਿਸੇ ਮਨੁੱਖ ਨੇ ਆਪਣੇ ਤਨ ਦੇ ਉੱਤੇ ਵੱਖਰੇ-ਵੱਖਰੇ ਗਹਿਣੇ, ਕਿਉਂਕਿ ਸ਼ਿੰਗਾਰ ਦੀਆਂ ਚੀਜ਼ਾਂ ਨੇ, ਕੁਝ ਗਹਿਣੇ ਹਨ ਜਿਹੜੇ ਗਲ ਵਿੱਚ ਸਜਾਏ ਜਾਂਦੇ ਨੇ, ਕੁਝ ਲੋਕ ਕੰਨਾਂ ਵਿੱਚ ਪਹਿਨਦੇ ਨੇ, ਨੱਕ ਵਿੱਚ ਪਾਉਂਦੇ ਨੇ, ਉਂਗਲਾਂ 'ਤੇ ਪਹਿਨਦੇ ਨੇ। ਹੁਣ ਉਹਨਾਂ ਗਹਿਣਿਆਂ ਦੀ ਬਣਾਵਟ ਵੱਖਰੀ-ਵੱਖਰੀ ਹੁੰਦੀ ਹੈ, ਪਰ ਉਹ ਧਾਤੂ ਇੱਕ ਹੀ ਹੈ। ਜਾਨੀ ਇੱਕ ਸੋਨੇ ਤੋਂ, ਇੱਕ ਧਾਤ ਤੋਂ ਅਨੇਕ ਤਰ੍ਹਾਂ ਦੀ ਘਾੜਤ ਵਾਲੇ, ਵੱਖਰੀ-ਵੱਖਰੀ ਦਿੱਖ ਵਾਲੇ ਜਿਵੇਂ ਗਹਿਣੇ ਘੜੇ ਜਾਂਦੇ ਹਨ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਇੱਕ ਉਦਾਹਰਣ ਦਿੱਤੀ ਹੈ, ਕਹਿੰਦੇ ਨੇ ਜਿਸ ਤਰ੍ਹਾਂ ਇੱਕ ਮਿੱਟੀ ਤੋਂ ਭਾਂਡੇ ਬਣਾਉਣ ਵਾਲਾ ਸੱਜਣ ਅਨੇਕ ਤਰ੍ਹਾਂ ਦੀ ਘਾੜਤ ਦੇ ਭਾਂਡੇ ਬਣਾਉਂਦਾ ਹੈ, ਸਵਾਰਦਾ ਹੈ ਅਤੇ ਉਹਨਾਂ ਨੂੰ ਸ਼ਿੰਗਾਰ ਕੇ ਰੱਖ ਦਿੰਦਾ ਹੈ। ਉਹਨਾਂ ਭਾਂਡਿਆਂ ਦੀ ਬਣਾਵਟ ਵੀ ਵੱਖਰੀ-ਵੱਖਰੀ ਹੁੰਦੀ ਹੈ, ਆਕਾਰ ਵੀ ਵੱਖਰਾ-ਵੱਖਰਾ ਹੁੰਦਾ ਹੈ, ਉਹਦੀ ਸਜਾਵਟ ਵੀ ਉਹ ਵੱਖਰੀ-ਵੱਖਰੀ ਕਰ ਦਿੰਦਾ ਹੈ। ਕਿਸੇ ਭਾਂਡੇ 'ਚ ਕੁਝ ਪਾ ਲਿਆ ਜਾਂਦਾ ਹੈ, ਕਿਸੇ 'ਚ ਕੁਝ, ਕਿਸੇ 'ਚ ਕੁਝ। ਉਹਨਾਂ ਦੀ ਵਰਤੋਂ ਫਿਰ ਵੱਖਰੇ-ਵੱਖਰੇ ਢੰਗ ਨਾਲ ਹੋਣ ਲੱਗ ਪੈਂਦੀ ਹੈ, ਪਰ ਮੂਲ ਰੂਪ ਵਿੱਚ ਉਹਨਾਂ ਦਾ ਅਸਲਾ, ਉਹਨਾਂ ਦਾ ਮੂਲ ਧਾਤੂ ਮਿੱਟੀ ਹੈ। ਇੱਕ ਮਿੱਟੀ ਤੋਂ ਹੀ ਅਨੇਕ ਤਰ੍ਹਾਂ ਦੇ ਭਾਂਡੇ ਬਣਾਏ ਗਏ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ। ਉਹ ਕਹਿੰਦੇ ਨੇ ਸੈਂਕੜੇ ਪਾਣੀ ਦੇ ਘੜੇ ਭਰੇ ਪਏ ਹੋਣ, ਆਕਾਸ਼ ਵਿੱਚ ਰਾਤ ਨੂੰ ਚੰਦਰਮਾ ਚਮਕਦਾ ਹੈ, ਦਿਖਾਈ ਦਿੰਦਾ ਹੈ। ਤੁਸੀਂ ਜਿਸ ਵੀ ਘੜੇ ਵਿੱਚ ਨਿਗਾਹ ਮਾਰੋਗੇ, ਜੇ ਉਹ ਪਾਣੀ ਦਾ ਭਰਿਆ ਹੈ, ਜੇ ਉਹਦੇ ਵਿੱਚ ਪਾਣੀ ਹੈ,
ਤੁਹਾਨੂੰ ਹਰ ਘੜੇ ਦੇ ਵਿੱਚੋਂ ਇੱਕ ਚੰਦਰਮਾ ਦਾ ਅਕਸ਼ ਵਿਖਾਈ ਦੇਵੇਗਾ। ਅਨੇਕ ਘੜੇ ਭਰੇ ਪਏ ਨੇ, ਪਰ ਹਰ ਘੜੇ ਦੇ ਵਿੱਚ ਤੁਹਾਨੂੰ ਇੱਕ ਇੱਕ ਚੰਦਰਮਾ ਦਾ ਅਕਸ਼ ਵਿਖਾਈ ਦੇਵੇਗਾ। ਤੁਹਾਨੂੰ ਲੱਗੇਗਾ ਇਸ ਘੜੇ 'ਚ ਵੀ ਚੰਦਰਮਾ ਹੈ, ਇਸ ਘੜੇ ਵਿੱਚ ਵੀ ਚੰਦਰਮਾ ਹੈ। ਇਹ ਉਪਰੋਕਤ ਸਾਰੇ ਬਚਨ, ਭਾਵੇਂ ਉਹ ਭਗਤ ਕਬੀਰ ਜੀ ਮਹਾਰਾਜ ਦੇ ਨੇ, ਭਾਵੇਂ ਭਗਤ ਰਵਿਦਾਸ ਜੀ ਦੇ ਨੇ, ਭਾਵੇਂ ਉਹ ਭਗਤ ਨਾਮਦੇਵ ਸਾਹਿਬ ਜੀ ਦੇ ਨੇ, ਤੇ ਭਾਵੇਂ ਉਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ, ਇਹਨਾਂ ਸਾਰੇ ਕਥਨਾਂ ਦਾ ਭਾਵ ਇਹ ਹੈ, ਜਿਵੇਂ ਭਗਤ ਜੀ ਨੇ ਕਿਹਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਉਹ ਕਥਦੇ ਨੇ ਤੇਰੇ ਤੇ ਮੇਰੇ ਵਿੱਚ ਕੀ ਭੇਦ ਹੈ। ਹੇ ਮੇਰੇ ਮਾਲਕ ਵਾਹਿਗੁਰੂ, ਜੇ ਮੈਂ ਇਹ ਸਮਝਾਂ ਵੀ ਤੂੰ ਕੋਈ ਵੱਖਰੀ ਹਸਤੀ ਹੈ ਤੇ ਮੈਂ ਕੋਈ ਵੱਖਰੀ ਹਸਤੀ ਹਾਂ, ਪਰ ਜੇ ਮੈਂ ਇਹਨੂੰ ਹੋਰ ਡੂੰਘਾਈ ਦੇ ਨਾਲ ਜਾਣਨਾ ਚਾਹਾਂ ਵੀ ਫਰਕ ਕੀ ਹੈ, ਭੇਦ ਕੀ ਤੂੰ ਵੱਖਰਾ ਹੈ, ਕੀ ਤੂੰ ਕਿਤੇ ਦੂਰ ਹੈ। ਵੱਖਰਾਪਣ ਤਾਂ ਮੇਰੀ ਆਪਣੀ ਹਉਮੈ ਕਰਕੇ ਮੇਰੇ ਅੰਦਰ ਪੈਦਾ ਹੁੰਦਾ ਵੀ ਮੈਂ ਵੱਖਰੀ ਚੀਜ਼ ਹਾਂ ਜੀ। ਫਿਰ ਇਹਦੇ ਵਿੱਚੋਂ ਕਈ ਭੁਲੇਖੇ ਨਿਕਲਦੇ ਨੇ, ਮੈਂ ਵੱਡਾ ਹਾਂ, ਮੈਂ ਸਦਾ ਕਾਇਮ ਰਹਿਣ ਵਾਲਾ ਹਾਂ, ਮੈਂ ਕੁਝ ਹਾਂ। ਇਹ ਚੀਜ਼ਾਂ ਜਿਹੜੀਆਂ ਨੇ ਇਹ ਇਹਦੇ ਚੋਂ ਹੀ, ਹਉਂ ਚੋਂ ਪੈਦਾ ਹੋਈਆਂ ਵੀ ਮੈਂ ਵੱਖਰਾ ਹਾਂ, ਮੈਂ ਕੁਝ ਹਾਂ, ਮੈਂ ਕਾਇਮ ਰਹਿਣ ਵਾਲਾ ਹਾਂ। ਫਿਰ ਅੱਗੇ ਤੋਂ ਅੱਗੇ ਮਨੁੱਖ ਹੋਰ ਰਸਤੇ ਚੁਣਦਾ ਅਤੇ ਹੋਰ ਖਿਆਲਾਂ ਦੀ ਬਣਤ ਵਿੱਚ ਉਲਝਦਾ ਜਾਂਦਾ ਵੀ ਮੇਰੀ ਕੋਈ ਵੱਖਰੀ ਹਸਤੀ ਹੈ। ਭਗਤ ਰਵਿਦਾਸ ਜੀ ਮਹਾਰਾਜ ਨੇ ਆਖਿਆ ਵੀ ਬੇਸਿਕਲੀ ਜਦੋਂ ਮੈਂ ਇਸ ਕਥਨ ਨੂੰ ਵਿਚਾਰਦਾ ਵੀ ਤੇਰੇ ਤੇ ਮੇਰੇ 'ਚ ਕੀ ਅੰਤਰ ਹੈ ਭਲਾ, ਉਹ ਕਹਿੰਦੇ ਨੇ ਇੰਨਾ ਕੀ ਜਿਵੇਂ ਪਾਣੀ ਤੇ ਪਾਣੀ ਤੋਂ ਉੱਠਦੀ ਹੋਈ ਲਹਿਰ ਜਾਂ ਛੱਲ ਹੈ, ਇੰਨਾ ਕੀ ਜਿਵੇਂ ਇੱਕ ਧਾਤੂ ਹੈ ਤੇ ਇੱਕ ਧਾਤੂ ਤੋਂ ਅਨੇਕ ਘਾੜਤ ਵਾਲੇ ਘੜੇ ਗਏ ਗਹਿਣੇ ਨੇ, ਉਹਨਾਂ ਦੇ ਨਾਂ ਵੱਖਰੇ ਵੱਖਰੇ ਰੱਖ ਲਏ ਜਾਂਦੇ ਨੇ, ਉਹਨਾਂ ਗਹਿਣਿਆਂ ਦਾ ਨਾਮ ਹੀ ਵੱਖਰਾ ਵੱਖਰਾ ਹੁੰਦਾ ਹੈ, ਪਰ ਉਹਨਾਂ ਦੀ ਮੂਲ ਧਾਤੂ ਇੱਕ ਸੋਨਾ ਹੈ। ਜਿਵੇਂ ਉਹਨਾਂ ਭਾਂਡਿਆਂ ਦੇ ਨਾਂ ਵੱਖਰੇ ਵੱਖਰੇ ਰੱਖ ਲਏ ਜਾਂਦੇ ਨੇ, ਘਾੜਤ ਵੱਖਰੀ ਹੈ, ਬਣਾਵਟ ਵੱਖਰੀ, ਧਾਤ ਮੂਲ ਇੱਕ ਹੈ। ਸਾਹਿਬ ਨੂੰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਜਿਉਂ ਜਲ ਘਟਾਊ ਚੰਦਰਮਾ, ਜਿਵੇਂ ਚੰਦਰਮਾ ਪਾਣੀ ਦੇ ਘੜੇ ਹੋਏ ਘੜਿਆਂ ਦੇ ਵਿੱਚ ਵੱਖਰਾ ਵੱਖਰਾ ਦਿਸ ਆਉਂਦਾ, ਪਰ ਆਕਾਸ਼ ਵਿੱਚ ਉਹ ਇੱਕ ਹੀ ਹੈ। ਕਹਿਣ ਤੋਂ ਮੁਰਾਦ ਵੀ ਉਸ ਪਰਮੇਸ਼ਰ ਦੀ ਹਸਤੀ ਇੱਕ ਹੈ ਤੇ ਉਹ ਇੰਨਾ ਸਰਵ ਵਿਆਪਕ ਹੈ। ਅਨੇਕ ਤਰ੍ਹਾਂ ਦੀਆਂ ਜੀਵਾਂ ਦੀਆਂ ਘਾੜਤਾਂ ਨੇ, ਮਨੁੱਖ ਨੇ, ਪਸ਼ੂ ਨੇ, ਪੰਛੀ ਨੇ, ਰੁੱਖ ਨੇ, ਬਿਰਖ ਨੇ, ਅਨੰਤ ਜੀਵ, ਅਨੰਤ ਚੀਜ਼ਾਂ, ਪਰ ਉਹਨਾਂ ਸਭਨਾਂ ਦੇ ਵਿੱਚ ਉਸ ਮਾਲਕ ਦਾ ਅਕਸ਼ ਹੈ, ਉਹਦੀ ਜੋਤ ਹੈ, ਉਹਦੀ ਚੇਤਨ ਸੱਤਾ ਵਿਆਪਕ ਹੈ। ਸਾਨੂੰ ਜਿਵੇਂ ਆਪਣੇ ਆਕਾਰ ਤੋਂ ਇਹ ਭੁਲੇਖਾ ਪੈਂਦਾ ਵੀ ਮੈਂ ਕੁਝ ਹਾਂ, ਮੈਂ ਵੱਖਰਾ ਹਾਂ, ਫਿਰ ਇਹ ਭੁਲੇਖਾ ਬੰਦਾ ਬਣਾ ਲੈਂਦਾ ਵੀ ਮੈਂ ਹੀ ਕਰਨਹਾਰ ਹਾਂ, ਮੇਰੀ ਇੱਕ ਹਸਤੀ ਹੈ, ਮੈਂ ਕਾਇਮ ਰਹਿਣ ਵਾਲਾ। ਫਿਰ ਉਹ ਭਰਮਾਂ ਦਾ ਅੱਗੇ ਤੋਂ ਅੱਗੇ ਇੱਕ ਸਫ਼ਰ ਬੰਦਾ ਤੈਅ ਕਰਦਾ ਰਹਿੰਦਾ ਹੈ। ਇਸੇ ਤਰ੍ਹਾਂ ਹੀ ਦੂਜੇ ਵੱਖਰੇ ਵੱਖਰੇ ਆਕਾਰ, ਰੂਪ ਤੇ ਰੰਗ ਵੇਖ ਕੇ ਮਨੁੱਖ ਨੂੰ ਭੁਲੇਖਾ ਪੈਂਦਾ ਹੈ ਵੀ ਪਰਮੇਸ਼ਰ ਸੱਤਾ, ਆਤਮ ਸੱਤਾ ਕੋਈ ਹੋਰ ਚੀਜ਼ ਹੈ ਤੇ ਇਹ ਚੀਜ਼ਾਂ ਕੁਝ ਹੋਰ ਚੀਜ਼ ਨੇ। ਯਾਨੀ ਸਾਡੇ 'ਚ ਜਿਹਨੂੰ ਦਵੈਤ ਕਿਹਾ ਜਾਂਦਾ ਹੈ, ਦੁਬਿਧਾ ਕਹੀ ਜਾਂਦੀ ਹੈ, ਵੰਨ ਸਵੰਨਤਾ ਨੂੰ ਵੇਖ ਕੇ ਭਰਮਣ ਵਾਲੀ ਜਿਹੜੀ ਸਥਿਤੀ ਹੈ, ਜਿਹਨੂੰ ਮਾਇਆ ਦੇ ਛਲੇ ਜਾਣਾ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ, ਉਹ ਪੈਦਾ ਹੋ ਜਾਂਦੀ ਹੈ। ਜਦੋਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਇਹ ਬਚਨ ਕਹਿੰਦੇ ਨੇ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਆਪਾਂ ਇਸ ਹਾਲ 'ਚ ਵੇਖੀਏ, ਅਨੇਕ ਤਰ੍ਹਾਂ ਦੀਆਂ ਲਾਈਟਾਂ ਨੇ, ਵੱਖਰੇ ਵੱਖਰੇ ਆਕਾਰ ਦੀਆਂ ਨੇ, ਉਹਨਾਂ ਦੇ ਰੰਗ ਵੀ ਸਾਨੂੰ ਵੱਖਰੇ ਵੱਖਰੇ ਭਾਸਦੇ ਨੇ, ਪਰ ਉਹ ਜਗ ਇੱਕ ਹੀ ਕਰੰਟ ਨਾਲ ਰਹੀਆਂ ਨੇ, ਉਹਨਾਂ ਦੇ ਪਿੱਛੇ ਪਾਵਰ ਇੱਕ ਹੀ ਚੱਲ ਰਹੀ ਹੈ, ਪ੍ਰਕਾਸ਼ ਜਿਹੜਾ ਹੋ ਰਿਹਾ ਉਹ ਚਾਨਣ ਦੇ ਰਹੀਆਂ ਨੇ। ਸਾਹਿਬ ਕਹਿੰਦੇ ਨੇ ਸਭ ਮੈਂ ਜੋਤ, ਹਰ ਇੱਕ ਦੇ ਵਿੱਚ ਚੇਤਨ ਸੱਤਾ ਹੈ, ਜੋਤ ਹੈ ਸੋਏ, ਸੋਏ ਦਾ ਇਸ਼ਾਰਾ ਜਿਹੜਾ ਉਸ ਮਾਲਕ ਵੱਲ ਹੈ, ਪਰਮੇਸ਼ਰ ਵੱਲ ਹੈ। ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਕਹਿੰਦੇ ਨੇ ਉਸ ਚੇਤਨ ਸੱਤਾ ਸਦਕਾ ਹੀ ਹਰ ਚੀਜ਼ ਚੇਤਨ ਹੈ ਤੇ ਕਿਰਿਆਸ਼ੀਲ ਹੈ। ਜੇ ਉਹ ਅੰਦਰ ਸੱਤਾ ਨਾ ਹੁੰਦੀ ਤੇ ਕਿਰਿਆ ਕਿਵੇਂ ਹੁੰਦੀ?
ਮਨੁੱਖ ਮਾਸ ਦਾ ਨਿੱਕਾ ਜਿਹਾ ਲੋਥੜਾ ਹੈ, ਇੱਕ ਕਿਰਿਆ 'ਚ ਹੀ ਚੱਲ ਰਿਹਾ ਨਾ, ਕਿਰਿਆਸ਼ੀਲ ਹੈ, ਨਿਰੰਤਰ ਸਫ਼ਰ ਕਰ ਰਿਹਾ। ਬਾਲਕਪਨ ਦੀਆਂ ਕਿੰਨੀਆਂ ਸਟੇਜਾਂ ਢਾਈਆਂ, ਫਿਰ ਜਵਾਨੀ, ਫਿਰ ਬੁਢੇਪਾ, ਮਹਿਸੂਸ ਕਰਦਾ ਹੈ, ਹਰ ਹਰਕਤ ਕਰਦਾ ਹੈ। ਉਹ ਚੀਜ਼ਾਂ ਜਿਹੜੀਆਂ ਨੇ, ਉਹ ਜੇ ਅੰਦਰ ਕੋਈ ਚੇਤਨ ਸੱਤਾ ਨਹੀਂ ਤੇ ਹਰਕਤ ਕਿਵੇਂ ਹੈ? ਸਰੀਰ ਦੇ ਵਿੱਚ ਇੰਨਾ ਕੁਝ ਕਿਵੇਂ ਵਾਪਰੀ ਤੁਰਿਆ ਜਾਂਦਾ ਹੈ? ਕੋਈ ਤੇ ਚੀਜ਼ ਹੈ। ਮਹਾਰਾਜ ਉਸ ਨੂੰ ਚੇਤਨ ਸੱਤਾ ਕਹਿੰਦੇ ਨੇ, ਆਤਮਾ ਕਹਿੰਦੇ ਨੇ, ਗਗਨ ਕਹਿੰਦੇ ਨੇ। ਬਾਣੀ ਦੇ ਅੰਦਰ ਕਹਿੰਦੇ ਨੇ ਉਹ ਸਰਵ ਵਿਆਪੀ ਹੈ, ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਬਾਹਰ ਦੇ ਆਕਾਰ ਦਾ, ਪਰ ਉਸ ਚੇਤਨ ਸੱਤਾ ਸਦਕਾ ਹੀ ਹਰ ਚੀਜ਼ ਜਿਹੜੀ ਹੈ ਉਹ ਨੂਰੋ ਨੂਰ ਹੈ। ਖਾਕ ਨੂਰ ਕਰਦੰ ਆਲਮ ਦੁਨੀਆ ਹੈ। ਆਲਮ ਕਹਿੰਦੇ ਨੇ ਸੰਸਾਰ ਨੂੰ, ਦੁਨੀਆ, ਸੰਸਾਰ ਨੂੰ, ਜਗਤ ਨੂੰ। ਖਾਕ ਨੂੰ ਉਸਨੇ ਨੂਰੋ ਨੂਰ ਕਰ ਦਿੱਤਾ। ਖਾਕ ਨੂਰ ਕਰਦਮ ਆਲਮ ਦੁਨੀਆ ਹੈ। ਅਸਮਾਨ, ਜ਼ਮੀਨ, ਦਰਖਤ, ਆਬ, ਪੈਦਾਇਸ਼ ਖੁਦਾ ਹੈ। ਭਗਤ ਕਬੀਰ ਜੀ ਮਹਾਰਾਜ ਦਾ ਸ਼ਬਦ ਹੈ। ਰਹਾਉ ਦੇ ਬੰਦ ਵਿੱਚ ਉਹਨਾਂ ਬਚਨ ਕਿਹਾ, ਮੋਹਿ ਬੈਰਾਗ ਭਇਓ। ਬੈਰਾਗ ਸ਼ਬਦ ਦਾ ਅਰਥ ਹੁੰਦਾ ਹੈ ਜਿਵੇਂ ਉਪਰਾਮਤਾ, ਕਿਸੇ ਚੀਜ਼ ਤੋਂ ਉਪਰਾਮ ਹੋ ਜਾਣਾ, ਵੀ ਉਹਨਾਂ ਗੱਲਾਂ 'ਚ ਚੇਤਨਾ ਭੇਜਣਾ, ਉਹਨੂੰ ਵੈਰਾਗ ਵਾਲੀ ਦਸ਼ਾ ਕਿਹਾ ਜਾਂਦਾ ਹੈ। ਆਪਾਂ ਜਦੋਂ ਕਹਿੰਦੇ ਹਾਂ ਮੇਰਾ ਇਹਨਾਂ ਗੱਲਾਂ ਵਿੱਚ ਹੁਣ ਮਨ ਹੀ ਨਹੀਂ ਲੱਗਦਾ, ਇਹਨੂੰ ਸ਼ਬਦ ਵਰਤਿਆ ਜਾਂਦਾ ਹੈ ਉਪਰਾਮ, ਵੀ ਮਨ ਉਹਨਾਂ ਚੀਜ਼ਾਂ 'ਚ ਨਹੀਂ ਜੁੜਦਾ, ਭੇਜਦਾ ਨਹੀਂ, ਸਮਾਉਂਦਾ ਨਹੀਂ, ਉਹ ਚੰਗੀਆਂ ਨਹੀਂ ਲੱਗਦੀਆਂ ਮਨ ਨੂੰ ਗੱਲਾਂ ਜਾਂ ਕੋਈ ਕੰਮ। ਆਪਾਂ ਉਹਨੂੰ ਸਿੱਧਾ ਸ਼ਬਦ ਕਹਿ ਸਕਦੇ ਵੀ ਇਹਨਾਂ ਚੀਜ਼ਾਂ ਵੱਲੋਂ ਤਾਂ ਵੈਰਾਗ ਪੈਦਾ ਹੋ ਗਿਆ ਮੇਰੇ ਮਨ ਅੰਦਰ। ਵੈਸੇ ਵੈਰਾਗ ਦਾ ਅਰਥ ਬਾਣੀ 'ਚ ਪ੍ਰੇਮ ਵੀ ਹੈ, ਪਰ ਇੱਥੇ ਜਿਹੜਾ ਸ਼ਬਦ ਹੈ ਕੰਟੈਕਸਟ, ਸੰਦਰਭ ਮੁਤਾਬਕ ਵੈਰਾਗ ਦੇ ਅਰਥ ਨੇ ਉਪਰਾਮਤਾ। ਵੀ ਆਹ ਚੀਜ਼ਾਂ ਨੇ, ਕਬੀਰ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਚੀਜ਼ਾਂ 'ਚ ਮੇਰਾ ਮਨ ਨਹੀਂ ਭਿੱਜਦਾ, ਹੁਣ ਮਨ ਨੂੰ ਲੱਗਦੀਆਂ ਨਹੀਂ ਉਹ ਗੱਲਾਂ। ਉਹ ਕਿਹੜੀਆਂ ਨੇ? ਵੀ ਮੈਂ ਕੋ ਵੱਖਰਾ, ਰੱਬ ਵੱਖਰਾ। ਕਹਿੰਦੇ ਵੱਖਰਤਾ ਦਵੈਤ ਵਾਲੀ ਗੱਲ 'ਚ ਹੁਣ ਮੇਰਾ ਮਨ ਭਿੱਜਦਾ ਨਹੀਂ, ਇਹਨਾਂ ਗੱਲਾਂ ਤੋਂ ਮੈਂ ਹੁਣ ਉੱਪਰ ਉੱਠ ਗਿਆ। ਤੇ ਹੁਣ ਮੈਂ ਇਸ ਕਥਨ ਦਾ ਧਾਰਨੀ ਹਾਂ, ਇਸ ਵਿਚਾਰ ਦੇ ਉੱਤੇ ਅਟਲ ਹਾਂ, ਇਸ ਯਕੀਨ ਵਾਲਾ ਹੋ ਗਿਆ ਹਾਂ, ਇਹ ਜੀਓ ਆਏ ਕਹਾਂ ਗਇਓ। ਇਹ ਜੀਓ ਦਾ ਮਤਲਬ ਹੈ ਇਹ ਜਿੰਦ, ਚੇਤਨਾ, ਆਤਮਾ ਜੋ ਸਾਡੇ 'ਚ ਹੈ। ਵੇਖੋ ਕਿੰਨਾ ਵੱਡਾ ਭਰਮ ਭਗਤ ਜੀ ਮਹਾਰਾਜ ਨੇ ਸਾਡਾ ਦੂਰ ਕੀਤਾ ਹੈ। ਇਹ ਆਤਮਾ ਫਲਾਨੀ ਜਗ੍ਹਾ ਤੋਂ ਆਈ ਹੈ ਜੀ, ਫਲਾਨੀ ਜਗ੍ਹਾ 'ਤੇ ਜਾਏਗੀ। ਲੋਕ ਸਵਾਹ ਛਾਣਦੇ ਫਿਰਦੇ ਨੇ ਮੁਰਦਿਆਂ ਦੇ ਸਰੀਰ ਦੇ ਲਾਗੇ। ਕਬੀਰ ਜੀ ਮਹਾਰਾਜ ਕਹਿੰਦੇ ਤੁਸੀਂ ਕਿਵੇਂ ਭੇਤ ਪਾਓਗੇ? ਤੁਹਾਡੇ ਕਰਮ ਕਾਂਡ ਕਿਵੇਂ ਭੇਤ ਪਾ ਲੈਣਗੇ ਇਸ ਗੱਲ ਦਾ? ਏਡਾ ਵੱਡਾ ਬ੍ਰਹਿਮੰਡ ਹੈ, ਏਡੀ ਵੱਡੀ ਚੇਤਨ ਸੱਤਾ ਹੈ, ਅਨੇਕ ਆਕਾਰ ਸਿਰਜੀ ਦੇ ਨੇ, ਚੱਲਦੇ ਨੇ, ਰੋਜ਼ਾਨਾ ਅਨੰਤ ਮਿਟ ਜਾਂਦੇ ਨੇ। ਤੁਸੀਂ ਲੱਗੇ ਹੋਏ ਹੋ ਏਡੀ ਵੱਡੀ ਚੇਤਨ ਸੱਤਾ ਦਾ ਥੋੜ੍ਹੀ ਜਿਹੀ ਖਾਕ ਛਾਣ ਕੇ ਤੇ ਉਹਦੇ ਵਿੱਚੋਂ ਭੇਤ ਲੱਭਣ। ਤੁਹਾਡਾ ਇਹ ਕਰਮ ਕਾਂਡ ਕਿਵੇਂ ਦੱਸ ਪਾਏਗਾ ਉਸ ਗੱਲ ਦੀ? ਕਿਵੇਂ ਦੱਸੇਗਾ? ਸਾਡੀਆਂ ਕਥਨੀਆਂ ਦੇ ਵਿੱਚੋਂ ਕਿਵੇਂ ਉੱਤਰ ਲੱਭੇਗਾ ਇਹਨਾਂ ਗੱਲਾਂ ਦਾ? ਸਾਡੇ ਯਤਨ ਇੰਨੇ ਵੱਡੇ ਹੈ ਨਹੀਂ। ਤੋ ਜੋ ਭੇਤ ਦੀ ਗੱਲ ਭਗਤ ਜੀ ਮਹਾਰਾਜ ਨੇ ਜਾਣੀ, ਉਹ ਕਹਿੰਦੇ ਨੇ ਇਹ ਜੀਓ ਆਏ ਕਹਾਂ ਗਇਓ। ਵੀ ਇਹ ਜਿੰਦ ਕਿੱਥੋਂ ਆਉਂਦੀ ਹੈ ਤੇ ਕਿੱਥੇ ਜਾਂਦੀ ਹੈ? ਭਾਵ ਇਹ ਜਿੰਦ ਨਾ ਕਿਤੇ ਵੱਖਰੀ ਜਗ੍ਹਾ ਤੋਂ ਆਉਂਦੀ ਹੈ ਤੇ ਨਾ ਵੱਖਰੀ ਜਗ੍ਹਾ ਤੇ ਜਾਂਦੀ। ਉਸ ਚੇਤਨ ਸੱਤਾ ਤੋਂ ਹੀ ਜੀਵ ਉਪਜਿਆ ਤੇ ਉਹਦੇ ਵਿੱਚ ਹੀ ਇਹਨੇ ਸਮਾ ਜਾਣਾ, ਪਾਣੀ ਦੀਆਂ ਉੱਠੀਆਂ ਹੋਈਆਂ ਛੱਲਾਂ ਵਾਂਗ। ਉਹਦੇ 'ਚੋਂ ਹੀ ਉਪਜਿਆ, ਉਹਦੇ ਵਿੱਚ ਹੀ ਸਮਾਏਗਾ। ਪੜ੍ਹੋ ਬਚਨ ਮਹਾਰਾਜ ਦੇ, ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਏ ਮਹਿਮਾਨ। ਭਾਵੇਂ ਉੱਥੇ ਪੰਜਾਂ ਤੱਤਾਂ ਦੀ ਗੱਲ ਕੀਤੀ, ਉਹ ਕਹਿੰਦੇ ਤੱਤ ਵੀ ਤਾਂ ਤੱਤਾਂ 'ਚ ਹੀ ਰਲਦੇ ਨੇ। ਜਿੱਥੋਂ ਜੀਵ ਉਪਜਿਆ ਉਹਦੇ ਵਿੱਚ ਵਾਪਸ ਸਮਾ ਜਾਂਦਾ। ਬ੍ਰਹਿਮੰਡ 'ਚੋਂ ਉਪਜਿਆ, ਬ੍ਰਹਿਮੰਡ ਵਿੱਚ ਸਮਾਏਗਾ। ਵੱਖਰਤਾ, ਵੱਖਰਾਪਨ ਤਾਂ ਇਹਦੇ ਇਸ ਸਰੀਰ ਕਰਕੇ ਹੈ। ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤ ਉੱਤੇ ਬਿਰਾਜਮਾਨ ਸਨ ਮਹਾਰਾਜ। ਤਾਂ ਜਿਸ ਵੇਲੇ ਉਹਨਾਂ ਗੁਰਤਾ ਗੱਦੀ ਬਾਬਾ ਅਮਰਦਾਸ ਮਹਾਰਾਜ ਨੂੰ ਬਖਸ਼ੀ, ਉਹ ਗੁਰੂ ਅਮਰਦਾਸ ਜੀ ਬਣੇ ਤੀਸਰੇ ਪਾਤਸ਼ਾਹ। ਭਾਵੇਂ ਉਮਰ ਵਿੱਚ ਗੁਰੂ ਅੰਗਦ ਸਾਹਿਬ ਤੋਂ ਵਡੇਰੇ ਸਨ। ਤੇ ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ
ਬੀਬੀ ਅਮਰੋ ਜੀ ਬਾਬਾ ਅਮਰਦਾਸ ਮਹਾਰਾਜ ਦੇ ਭਤੀਜੇ ਭਾਈ ਜੱਸੂ ਦੇ ਨਾਲ ਵਿਆਹੀ ਹੋਈ ਸੀ। ਇੱਕ ਤਰ੍ਹਾਂ ਦੀ ਕੁੜਮਾਚਾਰੀ ਬਣ ਗਈ ਨਾ ਦੋਨਾਂ ਪਰਿਵਾਰਾਂ ਦੀ। ਲੋਕ ਲੱਜਿਆਂ ਨੂੰ ਤਿਆਗ ਕੇ ਵੀ ਲੋਕ ਕੀ ਕਹਿਣਗੇ, ਇਸ ਕਥਨ ਨੂੰ ਪਰੇ ਛੱਡ ਕੇ ਬੜਾ ਔਖਾ ਪੈਂਦਾ ਸੀ ਉਹਨਾਂ ਸਮਿਆਂ 'ਚ। ਖਾਸ ਤੌਰ 'ਤੇ ਅੱਜ ਵੀ ਸਾਡੇ ਕਲਚਰ ਵਿੱਚ ਇਹ ਭੇਦ ਰੱਖਿਆ ਜਾਂਦਾ ਹੈ। ਕੁਝ ਰਿਸ਼ਤਿਆਂ ਨੂੰ ਅਸੀਂ ਨੀਵਾਂ ਸਮਝਦੇ ਹਾਂ, ਕੁਝ ਰਿਸ਼ਤਿਆਂ ਨੂੰ ਅਸੀਂ ਉੱਚਾ ਸਮਝਦੇ ਹਾਂ, ਕੁਝ ਰਿਸ਼ਤਿਆਂ ਨੂੰ ਅਸੀਂ ਖਾਸ ਰਿਸਪੈਕਟ ਦਿੰਦੇ ਹਾਂ ਅਤੇ ਕੁਝ ਰਿਸ਼ਤਿਆਂ ਨੂੰ ਇਗਨੋਰ ਵੀ ਕਰਦੇ ਹਾਂ। ਐਸਾ ਅੱਜ ਵੀ ਚੱਲਦਾ ਹੈ। ਹਾਲਾਂਕਿ ਰਿਸ਼ਤਾ ਤੇ ਰਿਸ਼ਤਾ ਹੀ ਹੁੰਦਾ ਅਤੇ ਹਰ ਰਿਸ਼ਤੇ ਦੀ ਆਪਣੀ ਰਿਸਪੈਕਟ ਹੁੰਦੀ ਹੈ। ਪਰ ਧੀ ਵਾਲਾ ਪਰਿਵਾਰ ਤਾਂ ਆਪਾਂ ਕਹਿੰਦੇ ਜੀ ਧੀ ਵਾਲੇ ਪਰਿਵਾਰ ਵਾਲੇ ਤਾਂ ਨੀਵੇਂ ਹੁੰਦੇ ਨੇ। ਮਤਲਬ ਕਿਹੜੀ ਗੱਲੋਂ ਨੀਵੇਂ ਹੁੰਦੇ ਨੇ? ਕਿਉਂਕਿ ਧੀ ਜਿਹੜੀ ਹੈ ਉਹਦਾ ਦਰਜਾ ਛੋਟਾ ਹੈ ਪੁੱਤਰ ਨਾਲੋਂ, ਇਸ ਕਰਕੇ ਜਿਹਦੇ ਘਰ ਧੀ ਹੈ ਉਹਦਾ ਦਰਜਾ ਵੀ ਛੋਟਾ ਹੋ ਗਿਆ। ਯਾਨੀ ਅਸੀਂ ਸਟੇਟਸ ਪੈਦਾ ਕਰ ਲਿਆ ਅਤੇ ਫਿਰ ਇਸ ਹਿਸਾਬ ਨਾਲ ਤਾਂ ਸਾਡੇ ਨਾਨਕੇ ਵੀ ਨੀਵੇਂ ਹੀ ਹੋਏ, ਕਿਉਂਕਿ ਮਾਂ ਵੀ ਨੀਵੀਂ ਹੋਈ, ਉਹ ਵੀ ਪੁੱਤਰ ਨਹੀਂ ਉਹ ਧੀ ਹੈ। ਯਾਨੀ ਇਵੇਂ ਦਾ ਅਸੀਂ ਚਲਣ ਜਿਹੜਾ ਲਗਾਤਾਰ ਬਣਾਇਆ। ਜੇ ਇਹਨਾਂ ਦਲੀਲਾਂ 'ਚ ਅਸੀਂ ਉਲਝੀਏ ਤਾਂ ਨਿਕਲਦਾ ਕੱਖ ਵੀ ਨਹੀਂ, ਸਿਵਾਏ ਇੱਕ ਅਸੀਂ ਕਿਸੇ ਜਗ੍ਹਾ 'ਤੇ ਆਪਣੀ ਹਉਮੈ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਕਿਤੇ ਅਸਲੋਂ ਹੀ ਨਹੀਂ ਹੋ ਜਾਂਦੇ ਹਾਂ। ਪਰ ਤੁਸੀਂ ਸੋਚੋ ਵੀ ਅੱਜ ਤੋਂ ਕਿੰਨੇ ਸੌ ਸਾਲ, ਸਦੀਆਂ ਪਹਿਲਾਂ ਦਾ ਸਮਾਜ ਹੈ। ਬਾਬਾ ਅਮਰਦਾਸ ਮਹਾਰਾਜ ਜੀ ਸੇਵਾ ਕਰ ਰਹੇ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਖਡੂਰ ਸਾਹਿਬ ਦੀ ਧਰਤ ਉੱਤੇ। ਲੋਕਾਂ ਦੀ ਜ਼ਬਾਨ ਥੋੜ੍ਹਾ ਫੜ ਲੈਣੀ। ਕਹਿਣ ਵਾਲਿਆਂ ਨੇ ਬੜਾ ਕੁਝ ਆਖਿਆ, ਬੜਾ ਕੁਝ ਕਿਹਾ। ਦੁਨੀਆ ਦੇ ਉਹ ਲੋਕ ਜਿਨ੍ਹਾਂ ਨੂੰ ਇਹ ਨਜ਼ਰ ਆਉਂਦਾ ਸੀ ਵੀ ਵੇਖੋ ਜੀ ਕੁੜਮਾਂ ਦੇ ਦਰਵਾਜ਼ੇ 'ਤੇ ਆ ਕੇ, ਕੁੜਮਾਂ ਦੇ ਘਰ 'ਚ ਆ ਕੇ ਗਾਗਰ ਢੋਂਦੇ ਨੇ, ਝਾੜੂ ਦਿੰਦੇ ਨੇ, ਸੇਵਾ ਕਰਦੇ ਨੇ, ਕੀ ਲੋੜ ਹੈ? ਉਹਨਾਂ ਨੂੰ ਲੱਗਿਆ ਕਿਉਂਕਿ ਉਹ ਗੁਰੂ ਤੇ ਸਿੱਖ ਦਾ ਜਿਹੜਾ ਸੰਬੰਧ ਹੈ, ਜਿਹੜਾ ਰਿਸ਼ਤਾ ਹੈ, ਉਹਦੇ ਤੋਂ ਅਣਜਾਣ ਨੇ। ਉਹ ਦੁਨਿਆਵੀ ਰਿਸ਼ਤਿਆਂ ਨੂੰ ਹਵਾ ਦਿੰਦੇ ਨੇ, ਆਹ ਰਿਸ਼ਤਾ ਵੱਡਾ ਛੋਟਾ। ਉਹ ਇਹ ਨਹੀਂ ਸਮਝਦੇ ਵੀ ਗੁਰੂ ਤੇ ਸਿੱਖ ਦਾ ਜਿਹੜਾ ਰਿਸ਼ਤਾ ਹੈ ਉਹ ਸਾਰਿਆਂ ਤੋਂ ਪਾਵਨ ਤੇ ਪਵਿੱਤਰ ਤੇ ਉੱਚਾ ਮੰਨਿਆ ਗਿਆ ਹੈ। ਗੁਰੂ ਦੇ ਸਿੱਖ ਹੋਣਾ ਤੇ ਸਿੱਖ ਬਣ ਕੇ ਜੀਣਾ ਬੜੇ ਮਾਣ ਦੀ ਗੱਲ ਹੈ। ਖੈਰ ਮੈਂ ਉਸ ਪਾਸੇ ਨਾ ਜਾਵਾਂ। ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ, ਘਾਲਣਾ, ਸੇਵਾ ਤੇ ਤਿਆਰੀ ਵੇਖ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਵੱਲੋਂ ਬਾਬਾ ਅਮਰਦਾਸ ਮਹਾਰਾਜ ਤੇ ਹਜ਼ੂਰ ਨੇ ਕਿਹਾ ਵੀ ਸਾਡਾ ਹੁਣ ਅੰਤਮ ਸਮਾਂ ਨੇੜੇ ਹੈ। ਗੁਰੂ ਅੰਗਦ ਸਾਹਿਬ ਨੇ ਕਿਹਾ ਇਸ ਸਰੀਰ ਦਾ ਠੀਕਰਾ ਹੁਣ ਬਹੁਤਾ ਚਿਰ ਨਹੀਂ ਰਹਿਣਾ, ਇਸ ਕਰਕੇ ਸਾਰੀ ਜ਼ਿੰਮੇਵਾਰੀ ਤੁਸੀਂ ਸੰਭਾਲੋ। ਇਹ ਫੈਸਲਾ ਮਾਲਕ ਵਾਹਿਗੁਰੂ ਦਾ ਹੈ। ਤਾਂ ਸੁਭਾਵਕ ਸੀ ਮਨਾਂ ਵਿੱਚ ਵੈਰਾਗ ਪੈਦਾ ਹੁੰਦਾ। ਬਾਬਾ ਅਮਰਦਾਸ ਮਹਾਰਾਜ ਨੇ ਆਖਿਆ ਸੱਚੇ ਪਾਤਸ਼ਾਹ ਸੀ ਇਸ ਯੋਗ ਤਾਂ ਨਹੀਂ, ਪਰ ਤੁਸੀਂ ਇਹ ਦਾਤ ਬਖਸ਼ੀਏ, ਇਹ ਸੇਵਾ ਬਖਸ਼ੀਏ, ਪਰ ਤੁਹਾਡਾ ਵਿਛੋੜਾ, ਇਹ ਸਰੀਰਕ ਵਿਛੋੜਾ ਜਿਹੜਾ ਹੈ, ਤੁਹਾਡੇ ਤੋਂ ਜਿਹੜੀ ਦੂਰੀ ਫਿਜ਼ੀਕਲੀ ਹੈ, ਇਸ ਹੁਣ ਤੁਹਾਡੇ ਦਰਸ਼ਨ ਹੋ ਰਹੇ ਨੇ, ਤੁਹਾਡੇ ਕੋਲ ਬੈਠੇ ਆ, ਜਾਨੀ ਉਹ ਸਾਰੀਆਂ ਚੀਜ਼ਾਂ ਮਹਾਰਾਜ ਇਹ ਤਾਂ ਸਾਡੇ ਮਨ ਅੰਦਰ ਸਦਾ ਹੀ ਵਿਚਾਰ ਰਹੇਗਾ, ਵੈਰਾਗ ਰਹੇਗਾ ਇਸ ਗੱਲ ਦਾ, ਜਦੋਂ ਤੁਸੀਂ ਆਪਣੀ ਰਸਨਾ ਤੋਂ ਫਰਮਾਇਆ ਕਿ ਅਸੀਂ ਇਹ ਸਰੀਰ ਤੋਂ ਬਹੁਤਾ ਚਿਰ ਨਹੀਂ ਰਹਿਣਾ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਪੁਰਖਾ ਇੱਕ ਪਾਣੀ ਦਾ ਘੜਾ ਆਪਾਂ ਭਰ ਲਈਏ ਤੇ ਉਹ ਪਾਣੀ ਦਾ ਭਰਿਆ ਹੋਇਆ ਘੜਾ ਫਿਰ ਪਾਣੀ ਵਿੱਚ ਹੀ ਰੱਖ ਦਈਏ। ਬਾਹਰ ਦੇ ਪਾਣੀ ਵਿੱਚ ਤੇ ਘੜੇ ਦੇ ਵਿਚਲੇ ਪਾਣੀ ਵਿੱਚ ਕੀ ਫਰਕ ਹੈ? ਤੇ ਬਾਬਾ ਅਮਰਦਾਸ ਮਹਾਰਾਜ ਨੇ ਫਰਮਾਇਆ, ਕਹਿਣ ਲੱਗੇ ਮਹਾਰਾਜ ਪਾਣੀ ਤਾਂ ਕੋਈ ਭੇਦ ਨਹੀਂ, ਬਾਹਰ ਪਾਣੀ ਵੀ ਉਹੀ ਹੈ, ਘੜੇ ਵਿੱਚ ਵੀ ਪਾਣੀ, ਬਸ ਉਹ ਮਿੱਟੀ ਦੀ ਜਿਹੜੀ ਪਰਤ ਹੈ ਜਿਹਨੂੰ ਆਪਾਂ ਘੜਾ ਕਹਿੰਦੇ ਆ, ਉਹਦਾ ਕਰਕੇ ਥੋੜ੍ਹਾ ਵਖਰੇਵਾਂ ਜਿਹਾ ਲੱਗਦਾ ਵੀ ਘੜੇ ਵਿੱਚਲਾ ਪਾਣੀ ਤੇ ਬਾਹਰਲਾ ਪਾਣੀ। ਹਜ਼ੂਰ ਨੇ ਕਿਹਾ ਜੇ ਉਸ ਪਰਤ ਨੂੰ ਤੋੜ ਦਈਏ ਆਪਾਂ ਤੇ ਕੀ ਹੋਏਗਾ? ਮਹਾਰਾਜ ਘੜੇ ਵਿਚਲਾ ਪਾਣੀ ਬਾਹਰ ਦੇ ਪਾਣੀ ਨਾਲ ਰਲ ਮਿਲ ਜਾਏਗਾ, ਫਿਰ ਭੇਦ ਕਰਨਾ ਹੀ ਔਖਾ ਹੋ ਜਾਏਗਾ ਵੀ ਕਿਹੜਾ ਘੜੇ ਵਿਚਲਾ ਪਾਣੀ ਹੈ ਤੇ ਕਿਹੜਾ ਬਾਹਰਲਾ ਪਾਣੀ। ਹਜ਼ੂਰ ਨੇ ਫਰਮਾਇਆ ਬਸ ਸਰੀਰ ਨੂੰ ਘੜਾ ਸਮਝੋ, ਅੰਦਰ ਵੀ ਜੋਤ ਉਹੀ ਹੈ ਤੇ ਬਾਹਰ ਵੀ ਪਰਮੇਸ਼ਰ ਦੀ ਸੱਤਾ ਉਹੀ ਹੈ। ਇੱਕ ਭੇਤ ਲੱਗਦਾ ਵੀ ਮੈਂ ਕੁਝ ਹਾਂ, ਮੈਂ ਪੈਦਾ ਹੋਇਆ, ਮੈਂ ਬਿਨਸਰਿਆ, ਮੇਰੀ ਹਸਤੀ। ਜਦੋਂ ਇਹ ਸਰੀਰ ਦਾ ਬੰਧੇਜ ਟੁੱਟ ਜਾਂਦਾ ਹੈ ਨਾ, ਇਹ ਨਹੀਂ ਵੀ ਮਰਨ ਲੱਗਿਆ ਹੀ,
ਜਦੋਂ ਸਰੀਰ 'ਚੋਂ ਜਾਨ ਨਿਕਲ ਗਈ ਉਦੋਂ ਤਾਂ ਆਪਾਂ ਕਹਿੰਦੇ ਹਾਂ ਵੀ ਇਹਨੂੰ ਹੁਣ ਸੰਭਾਲਣਾ ਹੈ ਤਾਂ ਕੋਈ ਵੀ ਤਰੀਕਾ ਦੁਨੀਆ ਵਰਤਦੀ ਹੈ। ਜਦੋਂ ਦੇਹ ਅਧਿਆਸ ਮੁੱਕ ਜਾਂਦਾ ਹੈ, ਦੇਹੀ ਦੀ ਪਕੜ ਮੁੱਕ ਜਾਂਦੀ ਹੈ, ਜਦੋਂ ਮਨੁੱਖ ਸਰੀਰ ਦੇ ਸਪਰਤਨੋਂ ਹੀ ਸਭ ਕੁਝ ਮੰਨਣ ਤੋਂ ਉੱਪਰ ਉੱਠ ਜਾਂਦਾ ਹੈ, ਉਦੋਂ ਉਹਦੇ ਅੰਦਰ ਇਹ ਖਿਆਲ ਆਉਂਦਾ ਵੀ ਕੋਈ ਫਰਕ ਨਹੀਂ, ਬਸ ਮੈਂ ਪਾਣੀ ਤੋਂ ਉੱਠੀ ਹੋਈ ਲਹਿਰ ਹਾਂ, ਛਿਨ ਭੰਗਰ ਦੀ ਇਹ ਖੇਡ ਹੈ, ਮੇਰੇ ਲਈ ਉਹ ਸਦੀਆਂ ਹੋ ਸਕਦੀਆਂ, ਮੇਰੇ ਲਈ ਦਹਾਕੇ ਤੇ ਸਾਲ ਹੋ ਸਕਦੇ ਨੇ, ਕੁਦਰਤ ਦੇ ਲਈ ਤੇ ਅੱਖ ਦਾ ਫੋਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਨਾ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਸਤਿਗੁਰੂ ਮਹਾਰਾਜ ਫਰਮਾ ਰਹੇ ਨੇ, ਆਕਾਸ਼ ਗਗਨ ਪਾਤਾਲ ਗਗਨ ਹੈ, ਚੌਂ ਦਿਸ਼ ਗਗਨ ਰਹਾਇਲੇ। ਕਹਿੰਦੇ ਨੇ ਉਹ ਚੇਤਨ ਸੱਤਾ ਆਕਾਸ਼ ਵਿੱਚ ਵੀ ਹੈ, ਪਾਤਾਲ ਵਿੱਚ ਵੀ ਹੈ, ਚੌਂ ਦਿਸ਼ਾਵਾਂ ਭਾਵ ਹਰ ਪਾਸੇ ਹੀ ਹੈ, ਜਿੰਨੀਆਂ ਵੀ ਚੀਜ਼ਾਂ ਮੈਂ ਗਿਣ ਲਵਾਂ। ਆਨੰਦ ਮੂਲ ਉਹ ਪਰਮੇਸ਼ਰ ਹੀ ਆਨੰਦ ਦਾ ਸੋਮਾ ਹੈ। ਅਸਲ ਆਤਮਕ ਆਨੰਦ ਅੰਦਰ ਦਾ ਖੇੜਾ ਉਹਦੇ ਨਾਲ ਜੁੜ ਕੇ ਹੀ ਆ ਸਕਦਾ ਹੈ। ਪਦਾਰਥ ਸਹੂਲਤ ਹੈ, ਬਾਹਰ ਦੀ ਵਸਤੂ ਸਹੂਲਤ ਹੈ, ਕੁਝ ਸਮੇਂ ਦੀ ਹੈ, ਪਰ ਅਸਲ ਜਿਹੜਾ ਖੇੜਾ ਹੈ, ਆਤਮਕ ਵਿਗਾਸ ਹੈ, ਉਸ ਪਰਮੇਸ਼ਰ ਸੱਤਾ ਨਾਲ ਜੁੜ ਕੇ ਹੀ ਆ ਸਕਦਾ। ਸਦਾ ਪੁਰਖੋਤਮ, ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ, ਪੁਰਖੋਤਮ ਉੱਤਮ ਪੁਰਖ, ਸਭ ਤੋਂ ਸ੍ਰੇਸ਼ਟ ਮਾਲਕ ਵਾਹਿਗੁਰੂ ਪਰਮੇਸ਼ਰ। ਘਟ ਬਿਨਸੈ, ਘਟ ਦਾ ਅਰਥ ਹੈ ਸਰੀਰ, ਸਰੀਰ ਬਿਨਸ ਜਾਂਦਾ ਹੈ, ਮਰ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਗਗਨ ਨਾ ਜਾਇਲੇ, ਅੰਦਰ ਦਾ ਚੇਤਨ ਆਤਮਾ ਨਹੀਂ ਮਰਦਾ, ਉਹ ਅੰਦਰ ਦੀ ਚੇਤਨਾ ਸੱਚ ਹੈ, ਜਿਉਂਦੀ ਹੈ, ਸਦਾ ਹੀ ਕਾਇਮ ਹੈ, ਉਹਦਾ ਅੰਸ਼ ਹੈ। ਸਰੀਰ ਉਪਜਦਾ ਹੈ, ਬਿਨਸ ਜਾਂਦਾ ਹੈ, ਇਹ ਸਟਰਕਚਰ ਮਿਟ ਜਾਂਦਾ ਹੈ, ਇਸ ਕੁਦਰਤ ਵਿੱਚੋਂ ਤੱਤਾਂ ਦੇ ਹੋਰ ਸਟਰਕਚਰ ਬਣ ਜਾਂਦੇ ਨੇ, ਪਰ ਅੰਦਰ ਦਾ ਜਿਹੜਾ ਚੇਤਨ ਆਤਮਾ ਹੈ, ਚੇਤਨ ਸੱਤਾ ਹੈ, ਉਹ ਕਦੇ ਨਹੀਂ ਮਰਦੀ, ਉਹ ਸਦਾ ਕਾਇਮ ਰਹਿੰਦੀ ਹੈ। ਹਜ਼ੂਰ ਕਹਿੰਦੇ ਨੇ, ਪੰਚ ਤਤ ਮਿਲ ਕਾਇਆ ਕੀਨੀ, ਤਤ ਕਹਾਂ ਤੇ ਕੀਨ ਰੇ। ਕਹਿੰਦੇ ਨੇ ਦੇਹੀ ਜਿਹੜੀ ਹੈ, ਆਪਾਂ ਸਾਰੇ ਹੀ ਮੰਨਦੇ ਵੀ ਪੰਜਾਂ ਤੱਤਾਂ ਦੀ ਹੈ, ਹਵਾ, ਪਾਣੀ, ਧਰਤੀ, ਆਕਾਸ਼ ਤੇ ਅਗਨ। ਪੰਜ ਤੱਤ ਵਿਦਵਾਨਾਂ ਨੇ ਮੰਨੇ ਨੇ, ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼। ਆਕਾਸ਼ ਸਪੇਸ ਨੂੰ ਕਹਿੰਦੇ ਨੇ, ਸਰੀਰ 'ਚ ਸਪੇਸ ਨਾ ਹੋਵੇ ਤਾਂ ਜੀ ਨਹੀਂ ਸਕਦਾ ਮਨੁੱਖ। ਹਵਾ ਸਾਹ ਨੂੰ ਕਹਿੰਦੇ ਆ, ਸਵਾਸ ਅਸੀਂ ਲੈਂਦੇ ਹਾਂ। ਪਾਣੀ ਦੀ ਮਾਤਰਾ ਹੈ ਸਰੀਰ 'ਚ, ਪਾਣੀ ਤੋਂ ਹੀ ਉਪਜਿਆ। ਧਰਤੀ ਦਾ ਮਤਲਬ ਹੈ ਤੱਤ, ਸਰੀਰ, ਮਟੀਰੀਅਲ। ਅਗਨ ਮਤਲਬ ਟੈਂਪਰੇਚਰ ਹੈ, ਅੱਗ ਹੈ ਸਰੀਰ 'ਚ। ਇਹ ਸਾਰੇ ਪੰਜ ਤੱਤ ਨੇ। ਪੰਜ ਤੱਤ ਮਿਲ ਕਾਇਆ ਕੀਨੀ, ਇਹ ਕਾਇਆ ਦੀ ਉਤਪਤੀ, ਇਹਦੀ ਬਣਤਰ ਜਿਹੜੀ ਹੈ, ਉਹ ਪੰਜਾਂ ਤੱਤਾਂ ਦੀ ਜੜਤ ਨਾਲ ਹੋਈ। ਕਬੀਰ ਜੀ ਮਹਾਰਾਜ ਸਵਾਲ ਕਰਦੇ ਨੇ, ਤੱਤ ਕਹਾਂ ਤੇ ਕੀਨ ਰੇ, ਇਹ ਤੱਤ ਕਿੱਥੋਂ ਉਪਜੇ ਨੇ? ਸਰੀਰ ਤਾਂ ਉਪਜਿਆ ਪੰਜਾਂ ਤੱਤਾਂ ਸਦਕਾ, ਪਰ ਇਹ ਤੱਤ, ਇਹ ਮਟੀਰੀਅਲ ਕਿੱਥੋਂ ਆਇਆ? ਕਹਿੰਦੇ ਨੇ ਉਸ ਚੇਤਨ ਸੱਤਾ ਦੀ ਸਿਰਜਣਾ ਹੈ। ਨਿਰੰਕਾਰ ਆਕਾਰ ਹੈ ਆਪੇ, ਬਾਣੀ ਦੇ ਵਿੱਚ ਲਿਖਿਆ ਨਿਰੰਕਾਰ ਆਕਾਰ ਹੈ ਆਪੇ। ਉਹ ਨਿਰਾਕਾਰ ਚੇਤਨ ਸੱਤਾ ਆਪ ਹੀ ਵਜੂਦ ਵਿੱਚ, ਆਕਾਰ ਵਿੱਚ ਆਉਂਦੀ ਹੈ ਤੇ ਆਪ ਹੀ ਇੱਕ ਤੋਂ ਅਨੇਕ ਹੋ ਕੇ ਫਿਰ ਇੱਕ ਹੀ ਹੈ। ਉਹਦੀ ਅਨੇਕਤਾ ਵਿੱਚ ਵੀ ਏਕਤਾ ਹੈ, ਇਹਨੂੰ ਅਦਵੈਤ ਕਹਿੰਦੇ ਨੇ। ਸੋ ਫਰਮਾਇਆ, ਕਹਿਣ ਲੱਗੇ, ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮੈ ਕਿਨ ਜੀਓ ਦੀਨ ਰੇ। ਇੰਨੀ ਇੱਕ ਸੁਰਤਾ ਉਸ ਪਰਮੇਸ਼ਰੀ ਸੱਤਾ ਨਾਲ ਭਗਤ ਕਬੀਰ ਜੀ ਮਹਾਰਾਜ ਦੀ, ਇਹ ਉਹਨਾਂ ਨੇ ਬੜੀ ਉੱਚੀ ਸੁਰਤ 'ਚੋਂ ਬਚਨ ਕਹੇ ਨੇ। ਧਿਆਨ ਨਾਲ ਇਹਨੂੰ ਸਰਵਣ ਕਰੀਓ। ਕਹਿੰਦੇ ਨੇ, ਕਰਮ ਬੱਧ ਤੁਮ ਜੀਓ। ਤੁਸੀਂ ਕਹਿੰਦੇ ਹੋ ਵੀ ਜੀ ਧਰਤੀ ਤੇ ਆਇਆ ਜੀ, ਕਰਮਾਂ ਦਾ ਬੱਝਾ ਆਇਆ, ਇਹਨੂੰ ਜੀਵਨ ਮਿਲਿਆ, ਕਰਮਾਂ ਦੇ ਬੱਝੇ ਨੂੰ ਮਿਲਿਆ। ਕਬੀਰ ਜੀ ਮਹਾਰਾਜ ਕਹਿੰਦੇ, ਤੁਸੀਂ ਤਾਂ ਇੰਨੀ ਗੱਲ ਕਹਿ ਕੇ ਖਹਿੜਾ ਛੁਡਾ ਲਿਆ। ਜੀਵਨ ਕਿਉਂ ਮਿਲਿਆ ਜੀ? ਕਰਮਾਂ ਦਾ ਬੱਝਾ ਬੰਦਾ ਆਇਆ। ਸਾਡੀ ਇਹੀ ਗੱਲ ਹੁੰਦੀ ਹੈ ਨਾ, ਕਿਹੜੇ ਕਰਮਾਂ ਦਾ? ਕਹਿੰਦੇ ਕਰਮ ਬੱਧ ਤੁਮ ਜੀਓ ਕਹਿ, ਕਰਮੈ ਕਿਨ ਜੀਓ ਦੀਨ। ਕਰਮਾਂ ਦਾ ਵਜੂਦ ਕਿਹਨੇ ਪੈਦਾ ਕੀਤਾ? ਜੀਵਨ ਤੇ ਮਿਲ ਗਿਆ ਕਰਮਾਂ ਦੇ ਕਾਰਨ, ਤੇ ਕਰਮਾਂ ਦਾ ਕਾਰਨ ਕੌਣ ਹੈ? ਕਰਮ ਕਿਹਨੇ ਪੈਦਾ ਕੀਤੇ ਨੇ? ਕਰਮਾਂ ਨੂੰ ਵਜੂਦ ਵਿੱਚ ਲਿਆਉਣ ਵਾਲਾ, ਕਰਮਾਂ ਦੀ ਹੋਂਦ ਸਿਰਜਣ ਵਾਲਾ ਕੌਣ ਹੈ? ਮੂਲ ਕੀ ਹੈ ਇਹਨਾਂ ਚੀਜ਼ਾਂ ਦਾ?
ਉਹਨਾਂ ਕਿਹਾ ਉਹੀ ਸਰਵ ਵਿਆਪਕ ਪਰਮੇਸ਼ਰ ਦੀ ਸੱਤਾ ਹੀ ਤੱਤਾਂ ਨੂੰ ਜਨਮ ਦਿੰਦੀ ਹੈ, ਉਹੀ ਕਰਮ ਦਾ ਕਾਰਨ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਈ। ਫਿਰ ਫਰਮਾਇਆ ਹਰ ਮੈਂ ਹੈ ਤਨ ਹੈ, ਹਰ ਮੈਂ ਹੈ ਤਨ ਹੈ, ਤਨ ਕਹਿੰਦੇ ਨੇ ਆਕਾਰ ਨੂੰ। ਹਰੀ ਵਿੱਚ ਉਸ ਪਰਮ ਪਰਮੇਸ਼ਰ ਸੱਤਾ ਵਿੱਚ, ਚੇਤਨ ਸੱਤਾ ਵਿੱਚ ਹੀ ਸਾਰੇ ਆਕਾਰ ਨੇ। ਇਹ ਸਾਰਾ ਜਗਤ ਆਕਾਰ ਉਹਦੇ 'ਚ ਹੀ ਹੈ। ਔਰ ਤਨ ਮੈਂ ਹਰ ਹੈ। ਹਰ ਤਰ੍ਹਾਂ ਦੇ ਆਕਾਰਾਂ ਵਿੱਚ, ਹਰ ਤਰ੍ਹਾਂ ਦੇ ਸਰੀਰਾਂ ਵਿੱਚ ਇੱਕੋ ਹੀ ਹਰੀ ਦੀ ਪਰਮੇਸ਼ਰ ਦੀ ਜੋਤ ਹੈ। ਸਰਬ ਨਿਰੰਤਰ ਸੋਏ ਰੇ। ਨਿਰੰਤਰ, ਸਰਬ ਦਾ ਮਤਲਬ ਸਾਰਿਆਂ 'ਚ, ਨਿਰੰਤਰ ਦਾ ਮਤਲਬ ਹੁੰਦਾ ਕਿਸੇ 'ਚ ਘੱਟ ਨਹੀਂ, ਕਿਸੇ 'ਚ ਵੱਧ ਨਹੀਂ, ਕਿਤੇ ਗੈਪ ਨਹੀਂ, ਕਿਤੇ ਉਹਨੇ ਜਗ੍ਹਾ ਨਹੀਂ ਛੱਡੀ ਵੀ ਮੈਂ ਇਹਨਾਂ 'ਚ ਹੈਗਾ, ਇਹਨਾਂ 'ਚ ਨਹੀਂ ਹੈਗਾ। ਨਿਰੰਤਰ ਦਾ ਅਰਥ ਹੈ ਅੰਤਰ ਤੋਂ ਰਹਿਤ, ਫਰਕ ਤੋਂ ਬਿਨਾਂ। ਸਰਬ ਨਿਰੰਤਰ ਸੋਏ ਰੇ, ਉਹ ਪਰਮੇਸ਼ਰ ਵਾਹਿਗੁਰੂ ਹੀ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ, ਬਿਨਾਂ ਵੇਥ ਤੋਂ, ਬਿਨਾਂ ਗੈਪ ਤੋਂ, ਬਿਨਾਂ ਭੇਦ ਤੋਂ। ਕਹਿ ਕਬੀਰ RAM ਨਾਮ ਨਾ ਛੋਡੋ, ਸਹਜੇ ਹੋਏ ਸੋ ਹੋਏ ਰੇ। ਕਹਿੰਦੇ ਨੇ ਜਗਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸੁਭਾਵਕ ਪ੍ਰਕਿਰਿਆ ਹੈ। ਪਰਮੇਸ਼ਰ ਦੀ ਸੱਤਾ ਹੀ ਆਪ ਵਜੂਦ ਵਿੱਚ ਆ ਕੇ ਆਪ ਹੀ ਚਲਾਇਮਾਨ ਹੈ, ਆਪ ਹੀ ਇਸ ਵਜੂਦ ਨੂੰ ਬਖੇਰਦੀ ਹੈ, ਉਹੀ ਹੈ, ਉਸ ਤੋਂ ਬਿਨਾਂ ਕੋਈ ਦੂਜਾ ਨਹੀਂ। ਇਸ ਕਰਕੇ ਕਬੀਰ ਜੀ ਮਹਾਰਾਜ ਕਹਿੰਦੇ ਕਹਿ ਕਬੀਰ RAM ਨਾਮ ਨਾ ਛੋਡੋ। ਮੈਂ ਇਸ ਕਰਕੇ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੀ ਯਾਦ ਤੋਂ ਕਦੇ ਦੂਰ ਨਹੀਂ ਹੁੰਦਾ। ਉਹ ਸਦਾ ਮੇਰੇ ਜ਼ਿਹਨ ਵਿੱਚ, ਸੇ ਮੇਰੀ ਸੁਰਤ ਵਿੱਚ ਉਸ ਮਾਲਕ ਦੀ ਹੋਂਦ ਦਾ ਅਹਿਸਾਸ ਇੰਨਾ ਡੂੰਘਾ ਵਸਿਆ, ਉਹੀ ਮੈਨੂੰ ਹਰ ਜਗ੍ਹਾ ਦੇ ਉੱਤੇ ਦਿਸ ਆਉਂਦਾ ਹੈ, ਮਹਿਸੂਸ ਹੁੰਦਾ ਹੈ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਜੋ ਤਤ ਭਾਵ ਹੈ ਸਾਡੇ ਸਭਨਾਂ ਦੇ ਮਨਾਂ ਵਿੱਚ, ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।